ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ। ਵੈਲ ਜਦ ਸਭ ਕੁਝ ਨੋਰਮਲਾਈਜ਼ ਹੁੰਦਾ ਜਾ ਰਿਹਾ ਹੈ ਉਦੋਂ ਜਿਹੜੀਆਂ ਪ੍ਰੈਸ ਕਾਨਫਰੰਸ ਆ ਰਹੀਆਂ ਨੇ ਤੇ ਬਹੁਤ ਚੰਗਾ ਲੱਗ ਰਿਹਾ ਹੈ ਕਿ ਹੁਣ ਕਿਸੇ ਵੀ ਫਿਲਮ ਨੂੰ ਰਿਲੀਜ਼ ਕਰਨ ਲਈ ਜਿਹੜਾ ਆ ਵੇਟ ਨਹੀਂ ਕਰਨਾ ਪੈਣਾ ਬਿਕਾਜ਼ ਬਹੁਤ ਸਾਰੇ ਡਿਜੀਟਲ ਪਲੇਟਫਾਰਮ ਸਾਡੇ ਕੋਲ ਆ ਗਏ ਨੇ। ਸੋ ਇਸ ਵਾਰ ਜਿਹੜਾ ਮੁੱਦਾ ਆਇਆ ਹੈ ਵਿਚ ਇਜ਼ ਵੈਰੀ ਡਿਫਰੈਂਟ ਐਂਡ ਜ਼ਾਹਿਰ ਜੀ ਗੱਲ ਹੈ ਕਿ ਇਸ ਮੁੱਦੇ ਤੇ ਫਿਲਮ ਬਣਨੀ ਬਹੁਤ ਜ਼ਰੂਰੀ ਸੀਗੀ। ਸੋ ਆਈ ਵਾਂਟ ਕਿ ਤੁਸੀਂ ਇੱਕ ਵਾਰ ਕੈਮਰਾ ਪੈਨ ਕਰਕੇ ਜ਼ਰੂਰ ਦਿਖਾਓ ਕਿ ਤੋੜਬਾਜ਼ ਦੇ ਡਾਇਰੈਕਟਰ ਤੇ ਹੀਰੋ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਇਟ ਇਜ਼ ਅ ਡਿਫਿਕਲਟ ਟਾਸਕ ਕਿ ਤੁਸੀਂ ਇਹੋ ਜਿਹੇ ਮੁੱਦੇ ਤੇ ਫਿਲਮ ਬਣਾ ਰਹੇ ਹੋ। ਸੋ ਲੋਕੇਸ਼ਨ ਡਿਸਾਈਡ ਕਰਨਾ, ਸਭ ਕੁਝ ਡਿਸਾਈਡ ਕਰਨਾ, ਹਾਊ ਕਮ ਆਈਡੀਆ ਕਿਵੇਂ? आइडिया एक्चुअली जल के बाद मेरी पहली फिल्म जो थी, उसके बाद मैंने बहुत टाइम सोचा कि मुझे किस तरह की फ़िल्म बनानी है। मैं मेरे पास बहुत सारे टॉपिक्स थे जिन पे मैं काम कर रहा था, बट मैं चाह रहा था कि कोई ऐसी स्टोरी हो जिसको सोच के मैं सो ना सकूं, जिसको सोच के मैं ये पिक्चर मैं नहीं बनाऊंगा। एक पिक्चर बनाना ज़िद होती है, तो वो पूरी करना ज़रूरी होती है। ये जो टोरबाज बनी है, मेरी ज़िद थी कि मेरे को बनानी है। तो एक ऐसी कॉन्सेप्ट से जब आपकी एक डायरेक्टर की मुलाकात होती है, फिर वो छोड़ नहीं सकता। तो ऐसे एक एडिक्शन था। जब हम लोग बहुत, मैं वैसे भी अफ़गानिस्तान पे काफ़ी स्टडीज़ करता रहता था, लेकिन हमारे बीच में कुछ ऐसे दोस्त थे, कुछ क्रिकेटर्स थे जो इन लोगों के साथ बहुत काम कर रहे हैं। पब्लिक डोमेन में भी बहुत सारे एनजीओज़ और क्रिकेटर्स काम किए, पर हमारे को एक जैसे क्रिकेटर रमीज़ राजा, उन्होंने हमें मिले तो उन्होंने बोला कि मैं यार इन बच्चों के ऊपर काम करना चाहता हूँ, इन बच्चों के ऊपर डॉक्यूमेंट्री भी बनाना चाहता हूँ, कभी ज़िंदगी में इन लोगों के लिए कुछ कर सकते हैं। तो उन्होंने मुझे इंस्पायर किया। पता नहीं मुझे क्यों लगा कि मुझे ना इस पे फिल्म लिखनी चाहिए, और एक आइडिया मेरे दिमाग में आया कि मैं किस तरह से इस फिल्म को पूरा इसका नैरेटिव और इसका स्क्रीन पे बना सकता हूँ। तो बस फिर उसके बाद वो शुरुआत हुई, और फिर कई साल हमने इसकी रिसर्च की, कई साल हमने इसको लिखते रहे। मैं और मेरी एक राइटर हैं साथ में मेरे, जो दोनों हमने मिल के लिखी भाती जाकर। तो हम दोनों ने बहुत टाइम मेहनत की और हमने फाइनली इस कहानी को लिखा। एंड फाइनली ज़िद थी तो पिक्चर बन भी गई। संजय दत्त जी ने भी हाँ की, नरगिस भी आई, राहुल देव भी आए, गैवी भी आया, सब लोग आए और एक पिक्चर बन गई। और मेरे जो 12-13 जो मेरे मेन हीरो हैं बच्चे, वो उन्होंने बहुत दुरुस्त काम किया। मैंने कश्मीर से लेके कन्याकुमारी तक हर जगह से बच्चे ढूंढ ढूंढ के लाया हूँ। अफगानिस्तान अफगानिस्तान से भी भी ढूंढे हैं। ਉਸ ਚੀਜ਼ ਤੇ ਆਪਾਂ ਜ਼ਰੂਰ ਆਵਾਂਗੇ ਬਟ ਇਫ ਆਈ ਟਾਕ ਅਬਾਊਟ ਕਿ ਕੋਵਿਡ ਦੇ ਕਰਕੇ ਇਸ ਨੂੰ ਨੈਟਫਲਿਕਸ ਤੇ ਰਿਲੀਜ਼ ਕਰਨਾ ਪਿਆ ਜਾਂ ਫਿਰ ਪਹਿਲਾ ਪਲਾਨ ਕੁਝ ਹੋਰ ਸੀ? ਐਕਚੁਅਲੀ ਸਾਰਿਆਂ ਨੂੰ ਇਹ ਲੱਗ ਰਿਹਾ ਹੈ ਕਿ ਮੈਂ ਕੋਵਿਡ ਕਰਕੇ ਅਸੀਂ ਨੈਟਫਲਿਕਸ ਤੇ ਰਿਲੀਜ਼ ਕੀਤੀ ਹੈ। ਨੈਟਫਲਿਕਸ ਦਾ ਡਿਸੀਜਨ ਸਾਡਾ ਕੋਵਿਡ ਤੋਂ ਬਹੁਤ ਪਹਿਲੇ ਹੋ ਚੁੱਕਿਆ ਸੀ, ਪਰ ਅਸੀਂ ਕਿਸੇ ਨੂੰ ਦੱਸਿਆ ਨਹੀਂ। ਰੀਜ਼ਨ ਸੀ ਕਿ ਡੈਫੀਨੇਟਲੀ ਦੇਖੋ, ਐਜ਼ ਅ ਫਿਲਮ ਮੇਕਰ ਮੇਰਾ ਦਿਲ ਕਰਦਾ ਹੈ ਕਿ ਵੀ ਸਿਨੇਮਾ, ਵੱਡੇ ਸਿਨੇਮਾ ਤੇ ਜ਼ਰੂਰ ਆਵੇ ਪਿਕਚਰ, ਬਟ ਕੋਈ ਐਸਾ ਫਰਕ ਨਹੀਂ ਪਿਆ। ਬਿਕੋਜ਼ ਮੇਰਾ ਇਹ ਸੀ ਕਿ ਮੇਰੀ ਪਿਕਚਰ ਕਿਸੇ ਤਰ੍ਹਾਂ ਗਲੋਬਲ ਜਾਏ ਔਰ ਪੂਰੀ ਦੁਨੀਆ 'ਚ ਮਿਲੇ। ਤੇ ਨੈਟਫਲਿਕਸ ਤੋਂ ਵੱਡਾ ਕੋਈ ਜਾਇੰਟ ਹੈ ਨਹੀਂ ਪੂਰੀ ਦੁਨੀਆ 'ਚ। 190 ਕੰਟਰੀਜ਼ ਉਹਨਾਂ ਦੀ ਪਿਕਚਰ ਜਾਂਦੀ ਹੈ, ਐਂਡ ਪਲੱਸ ਸੋ ਮੈਨੀ ਲੈਂਗੁਏਜ, 25-30 ਲੈਂਗੁਏजेस ਦੇ ਅੰਦਰ ਡਬ ਸਬ ਟਾਈਟਲਸ ਹੋਈ ਹੈ। तो आई थिंक इस तो ਵੱਡਾ ਪਲੇਟਫਾਰਮ ਨਹੀਂ ਹੈ ਤੁਹਾਡੀ ਫਿਲਮ ਨੂੰ ਲਿਜਾ ਪੂਰੀ ਦੁਨੀਆ 'ਚ ਲਿਜਾਣ ਵਾਸਤੇ। ਇਸ ਤੋਂ ਵੱਡਾ ਟਾਈਟਲ ਨਹੀਂ ਹੋ ਸਕਦਾ। ਜੀ ਗੈਵੀ, ਜੇ ਤੁਹਾਨੂੰ ਪੁੱਛਾਂ, ਪਹਿਲਾਂ ਵੀ ਤੁਸੀਂ ਟਾਈਗਰ ਜ਼ਿੰਦਾ ਦੇ ਵਿੱਚ ਕੁਝ ਥੋੜਾ ਬਹੁਤ ਮਿਲਦਾ ਜੁਲਦਾ ਹਿੰਦੂ ਮੁਸਲਿਮ ਵਾਲਾ ਕੁਝ ਮੁੱਦਾ ਸੀਗਾ ਐਂਡ ਦਿਸ ਟਾਈਮ ਤੋੜਬਾਜ਼ ਇਜ਼ ਸਮਥਿੰਗ ਕਿ ਬਹੁਤ ਜ਼ਿਆਦਾ ਸੈਂਸਿਟਿਵ ਮੁੱਦਾ ਹੈ ਤੇ ਇਸ ਮੁੱਦੇ ਤੇ ਆਲਰੇਡੀ ਬਹੁਤ ਚਰਚਾ ਚੱਲ ਰਹੀਆਂ ਨੇ। ਬਟ ਜੇ ਮੈਂ ਡੀਪਲੀ ਪੁੱਛਾਂ ਬਿਕਾਜ਼ ਯੂ ਹੈਵ ਵਰਕਡ ਔਨ ਦੈਟ, ਤੁਸੀਂ ਆਪਣੇ ਕਰੈਕਟਰ ਤੇ ਕੰਮ ਕੀਤਾ ਹੈ, ਸੋ ਉਸ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਕਿੰਨਾ ਕਿ ਟਫ ਹੈ, ਸਪੈਸ਼ਲੀ ਜੋ ਉਹਨਾਂ ਲੋਕਾਂ ਬਾਰੇ ਮੈਂ ਪੁੱਛਾਂ। ਸੋ ਕਿਹੋ ਜਿਹੀ ਜ਼ਿੰਦਗੀ ਜਿੰਦੇ ਨੇ ਉਹ, ਇਹ ਜਿਹੜੀ ਲੜਾਈ ਚੱਲ ਰਹੀ ਆ ਦੋ ਦੇਸ਼ਾਂ ਦੇ ਵਿੱਚ, ਕਿਹੋ ਜਿਹੀ ਜ਼ਿੰਦਗੀ ਉਹਨਾਂ ਆਮ ਲੋਕਾਂ ਦੀ ਹੈ ਜੋ ਕਿ ਜ਼ਾਹਿਰ ਜੀ ਗੱਲ ਆ ਬੇਕਸੂਰ ਹੈ। ਨਹੀਂ, ਡੈਫੀਨਿਟਲੀ ਜੀ ਇਟਸ ਵੈਰੀ ਟਫ ਲਾਈਫ। ਸੋ ਇੱਦਾਂ ਦਾ ਕੰਟੈਂਟ ਬਣਨਾ ਇੱਕ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਸੋ ਦ ਹੋਲ ਕ੍ਰੈਡਿਟ ਗੋਜ਼ ਟੂ ਲਾਈਕ ਦ ਮੇਕਰਸ ਆਫ ਆਰ ਫਿਲਮ, ਪ੍ਰੋਡਿਊਸਰਸ ਦਾ, ਡਾਇਰੈਕਟਰਸ ਦੇ ਉੱਤੇ ਯਕੀਨ ਦਿਖਾਉਣਾ। ਕਿਉਂਕਿ ਅਜਿਹੇ ਮੁੱਦੇ ਦੇ ਉੱਤੇ ਬਹੁਤ ਘੱਟ ਗੱਲਾਂ ਹੁੰਦੀਆਂ, ਘੱਟ ਫਿਲਮਸ ਬਣਦੀਆਂ ਨੇ। ਪਰ ਗਿਰੀਸ਼ ਸਰ ਦਾ ਇੱਕ ਜਿਹੜਾ ਜਿਵੇਂ ਪਹਿਲਾਂ ਜਲ ਸਾਰਿਆਂ ਨੇ ਦੇਖੀ ਹੈ ਵੀ, ਉਹ ਇੱਕ ਡਿਫਰੈਂਟ ਤਰੀਕੇ ਦੇ ਨਾਲ ਇੱਕ ਮੁੱਦੇ ਨੂੰ ਲੋਕਾਂ ਸਾਹਮਣੇ, ਹਿਊਮੈਨਿਟੀ ਦੇ ਉੱਤੇ ਉਹ ਚੀਜ਼ਾਂ, ਉਹਨਾਂ ਦੀ ਪਕੜ ਬਹੁਤ ਚੰਗੀ ਹੈ, ਉਹਨਾਂ ਦੇ ਦਿਲੋਂ ਉਹ ਚੀਜ਼ਾਂ ਨਿਕਲਦੀਆਂ ਨੇ। ਸੋ ਗੁੱਡ ਹੈ ਜੀ, ਆਲਵੇਜ਼ ਕਿਸੇ ਤੁਸੀਂ ਚੰਗੇ ਵਿਸ਼ੇ ਦੇ ਉੱਤੇ ਜਦੋਂ ਫਿਲਮ ਬਣਦੀ ਹੈ, ਤੁਸੀਂ ਉਹਦਾ ਇੱਕ ਪਾਰਟ ਹੁੰਦੇ ਹੋ ਤਾਂ ਤੁਹਾਨੂੰ ਖੁਸ਼ੀ ਮਿਲਦੀ ਹੈ। ਸੋ ਆਈ ਐਮ ਹੈਪੀ ਟੂ ਬੀ ਪਾਰਟ ਆਫ ਦਿਸ ਫਿਲਮ। ਐਗਜ਼ੈਕਟਲੀ। ਤੇ ਜੇ ਉਧਰ ਦੇ ਕਿਸੇ ਇਨਸੀਡੈਂਟ ਦੀ ਗੱਲ ਕਰਾਂ ਵਾਈਲ ਸ਼ੂਟਿੰਗ, ਡਿਡ ਯੂ ਫੀਲ ਲਾਈਕ ਦੈਟ ਕਿ ਯਾਰ ਇਹ ਤਾਂ ਬੇਕਸੂਰ ਨੇ ਬਿਕਾਜ਼ ਦੇਸ਼ ਦੀ ਲੜਾਈ ਚੱਲ ਰਹੀ ਹੈ ਤੇ ਇਹਨਾਂ ਨੂੰ ਕਿਉਂ ਵਿੱਚ ਇਹ ਪਿਸ ਰਹੇ ਨੇ ਵਿੱਚ, ਇੱਦਾਂ ਦਾ ਕੁਝ? ਦੇਖੋ ਉਹ ਸ਼ੂਟਿੰਗ ਦੌਰਾਨ ਤਾਂ ਦੇਖੋ ਇੱਦਾਂ ਦੀ ਕੋਈ ਚੀਜ਼ ਹੋਈ ਨਹੀਂ, ਬਟ ਐਵਰੀਵਨ ਅਦਰਵਾਈਜ਼ ਜੇ ਆਪਾਂ ਵੈਸੇ ਦੇਖੀਏ ਵੀ ਕੀ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਦੇ ਨਾਲ, ਤਾਂ ਐਵਰੀਵਨ ਨੋਜ਼ ਕਿ ਹਾਂਜੀ ਕੀ ਚੰਗਾ ਹੋ ਰਿਹਾ ਹੈ, ਕਿਹੜੇ ਬੰਦੇ ਪਿਸ ਰਹੇ ਨੇ। ਪਰ ਸਾਡਾ ਜਿਹੜਾ ਸ਼ੂਟਿੰਗ ਦਾ ਮਾਹੌਲ ਸੀਗਾ ਉਹ ਆਪਣੇ ਸਾਡੇ ਸ਼ਿਫਟ ਕੀਤਾ ਸੀਗਾ ਕਿਰਗਿਸਤਾਨ।
ਫਰੋਮ ਅਫਗਾਨਿਸਤਾਨ ਜਿਹੜਾ ਸਾਡਾ, ਕਿਉਂਕਿ ਉੱਥੇ ਜ਼ਿਆਦਾ ਟਫ ਸੀਗਾ ਸ਼ੂਟ ਕਰਨਾ। ਸੋ ਆਫਟਰ ਦੈਟ ਇੱਥੇ ਵੀ ਲਾਹੌਲ ਸਪੀਤੀ ਹੋ ਗਿਆ, ਜਾਂ ਤੁਸੀਂ ਮਨਾਲੀ ਕਹਿ ਲਓ, ਮੁੰਬਈ ਕਹਿ ਲਓ। ਸੋ ਕਈ ਅਲੱਗ-ਅਲੱਗ ਲੋਕੇਸ਼ਨਸ ਦੇ ਉੱਤੇ ਅਕੋਰਡਿੰਗ ਟੂ ਸੀਨ, ਵੀ ਜਿਹੜਾ ਹੁਣ ਅਸੀਂ ਉੱਥੇ ਕੋਈ ਮੰਨ ਲਓ ਬਹੁਤ ਵੱਡੀ ਬਲਾਸਟਿੰਗ ਹੈ ਜਾਂ ਕੁਛ ਇੱਦਾਂ ਦੇ ਸੈਂਸਿਟਿਵ ਸੀਨਸ ਹੈਗੇ ਨੇ ਜਿੱਥੇ ਕੁਛ ਇੱਕ ਤੁਹਾਡੇ ਕੋਲੇ ਬਾਉਂਡੇਸ਼ਨਸ ਹੁੰਦੀਆਂ ਨੇ ਕਰਨ ਦੀਆਂ। ਸੋ ਉਹ ਉਹਦਾ ਫਿਲਮਾਇਆ ਗਿਆ ਜੀ। ਸਾਨੂੰ ਸੈੱਟ ਦੇ ਉੱਤੇ ਤਾਂ ਇੱਦਾਂ ਦੀ ਕੋਈ ਪ੍ਰੋਬਲਮ ਹੈ ਨਹੀਂ ਸੀ ਕਿ ਸਾਨੂੰ ਉੱਥੋਂ ਦੀ ਕੰਡੀਸ਼ਨਸ ਦੇਖੀਏ ਵੀ ਹਾਂਜੀ, ਪਰ ਅਦਰਵਾਈਜ਼ ਸਾਰਿਆਂ ਨੂੰ ਪਤਾ ਹੀ ਹੈ ਵੀ ਯੂਨੀਵਰਸਲ ਮੁੱਦਾ ਹੈਗਾ ਇਹ, ਵੀ ਜੇ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਤਾਂ ਜਿਹੜੇ ਬੰਦੇ ਪਿਸਦੇ ਨੇ, ਬੇਕਸੂਰ ਮਾਰੇ ਜਾਂਦੇ ਨੇ। ਸੋ ਬਾਕੀ ਜਿਵੇਂ ਬੱਚੇ ਹੁਣ ਸੁਸਾਈਡ ਬੌਂਬਰਸ ਹੁੰਦੇ ਨੇਗੇ, ਬਟ ਥਰੂ ਦਿਸ ਫਿਲਮ ਇੱਕ ਗੇਮ ਦਾ, ਜਿੱਦਾਂ ਸਪੋਰਟਸ ਨੂੰ ਕ੍ਰਿਕਟ ਦੇ ਨਾਲ ਕਿੱਦਾਂ ਉਹਨਾਂ ਦੀ ਮੈਂਟੈਲਿਟੀ ਚੇਂਜ ਕੀਤੀ ਹੈ। ਸੋ ਇਟਸ ਅ ਬਿਊਟੀਫੁਲ ਫਿਲਮ ਆਈ ਥਿੰਕ। ਓਕੇ, ਤੁਸੀਂ ਕਿਹਾ ਕਿ ਸੈਟ ਵਾਸ ਓਬਵੀਅਸਲੀ ਨੈਚੁਰਲ ਸੀਗਾ, ਬਟ ਕੀ ਹੁੰਦਾ ਕਿ ਜੇ ਤੁਸੀਂ ਇਹ ਜਿਹੇ ਲੋਕੇਸ਼ਨਸ 'ਤੇ ਫਿਲਮਾਉਂਦੇ ਹੋ ਕੁਝ ਵੀ ਚੀਜ਼, ਤਾਂ ਨੈਚੁਰਲ ਡਿਜ਼ਾਸਟਰਸ ਤਾਂ ਆਲਰੇਡੀ ਬਹੁਤ ਹੁੰਦਾ ਹੈ, ਕਦੇ ਮੀਂਹ ਪੈ ਗਿਆ, ਕਦੇ ਸਨੋਫਾਲ ਹੋ ਗਿਆ, ਸੋ ਸਮਥਿੰਗ ਲਾਈਕ ਦੈਟ ਡਿਡ ਯੂ ਫੀਲ? ਹਾਂ ਨੈਚੁਰਲ ਡਿਜ਼ਾਸਟਰ ਡੈਫੀਨੇਟ, ਮੈਨੂੰ ਲੱਗਿਆ ਤੁਸੀਂ ਦੂਜੀ ਗੱਲ ਕਰ ਰਹੇ ਹੋ। ਸੋ ਨੈਚੁਰਲ, ਹਾਂਜੀ ਹਾਂ, ਉੱਥੋਂ ਅਸੀਂ ਬਲੋਚੀ ਅੱਗੇ ਜਗ੍ਹਾ ਹੈਗੀ ਆ, ਉੱਥੇ ਕਦੋਂ ਵੀ ਤੂਫਾਨ ਆ ਜਾਂਦਾ ਸੀਗਾ, ਤੇ ਉੱਥੇ ਜਿੱਦਾਂ ਦੀ ਉਹ ਸੜਕ ਜਾਂ ਉੱਥੇ ਪਹੁੰਚਦੇ ਸੀਗੇ ਆਪਾਂ, ਸੋ ਉੱਥੇ ਵੈਨਿਟੀ ਵੈਨ ਨਹੀਂ ਸੀ ਜਾ ਸਕਦੀ। ਸੋ ਉੱਥੇ ਟੈਂਟ, ਆਪਣੇ ਟੈਂਟਸ ਲੱਗੇ ਹੁੰਦੇ ਸੀਗੇ। ਸੋ ਉਹ ਇੰਨੀ ਜ਼ਿਆਦਾ ਤੇਜ਼ ਹਵਾ ਆਉਂਦੀ ਸੀਗੀ, ਟੈਂਟ ਹੀ ਪੱਟ ਕੇ ਲੈ ਜਾਂਦੀ ਸੀਗੀ। ਸੋ ਕਈ ਵਾਰ ਤਾਂ ਪੂਰਾ ਦਿਨ ਹੀ ਸ਼ੂਟ ਨਹੀਂ ਹੋਇਆ ਹੈਗਾ। ਸੋ ਡੈਫੀਨੇਟਲੀ ਜੀ ਕੰਡੀਸ਼ਨਸ ਵਰ ਵੈਰੀ ਬੈਡ ਉੱਥੇ, ਬਟ ਬੜੇ ਵਧੀਆ ਤਰੀਕੇ ਨਾਲ ਕਰ ਲਿਆ ਜੀ ਸ਼ੂਟ। ਜੀ, ਸ਼ੂਟ ਦਾ ਜੇ ਮੈਂ ਐਕਸਪੀਰੀਅੰਸ ਪੁੱਛਾਂ ਕਿ ਤੁਸੀਂ ਉੱਥੇ ਰਹੇ ਹੋ, ਕਿੰਨੇ ਦਿਨ ਰਹੇ ਹੋ, ਕਿਹੋ ਜਿਹਾ ਮਾਹੌਲ ਸੀਗਾ, ਕਿਵੇਂ? ਬਿਕਾਜ਼ ਇੱਕ ਫਸਟ ਆਫ ਆਲ ਤਾਂ ਇੱਕ ਕੰਫਰਟ ਜ਼ੋਨ ਵਾਲੀ ਲਾਈਫ ਤੋਂ ਤੁਸੀਂ ਉੱਥੇ ਜਾ ਰਹੇ ਹੋ, ਅਤੇ ਦੂਜਾ ਉਸ ਜਗ੍ਹਾ ਦੀ ਲਾਈਫ ਆਲਰੇਡੀ ਬਹੁਤ ਟਫ ਆ, ਅਤੇ ਅਸੀਂ ਤਾਂ ਜਾਵਾਂਗੇ ਉਹਨੂੰ ਤਾਂ ਅਫਕੋਰਸ ਜੀ ਗੱਲ ਆ ਜ਼ਿਆਦਾ ਟਫ ਲੱਗੂਗੀ। ਸੋ ਕੀ ਡਿਫਿਕਲਟੀ ਸੀ? ਡਿਫੀਕਲਟੀਜ਼ ਜੀ ਦੇਖੋ, ਜਿਹੜਾ ਤਾਂ ਅਸੀਂ ਹੁਣ ਜਿਵੇਂ ਬਿਸ਼ਕੇਕ ਜਗ੍ਹਾ ਹੈਗੀ ਹੈ ਕਿਰਗਿਸਤਾਨ ਦੇ ਉੱਤੇ, ਉਹ ਤਾਂ ਬਿਲਕੁਲ ਪ੍ਰੋਪਰ ਜਿਵੇਂ ਆਪਣਾ ਸ਼ਹਿਰ ਹੁੰਦੇ ਆ, ਹੈ ਨਾ ਜੀ, ਫਰੋਮ ਆਲ ਦਾ ਬਿਊਟੀਫੁਲ ਲੋਕੇਸ਼ਨਸ, ਬਿਊਟੀਫੁਲ ਹੋਟਲਸ, 5 ਸਟਾਰ ਹੋਟਲਸ। ਸੋ ਉੱਥੇ ਤਾਂ ਕੋਈ ਇਸ਼ੂ ਨਹੀਂ ਸੀਗਾ। ਬਟ ਜਦੋਂ ਉੱਥੇ ਸਾਡਾ ਜਿਵੇਂ 15 ਕੁ ਦਿਨ ਦਾ ਮੈਂ ਤੁਹਾਨੂੰ ਦੱਸਿਆ ਬਲੋਚੀ ਅੱਗੇ ਜਗ੍ਹਾ ਤੇ ਉੱਤੇ ਸ਼ੂਟ ਸੀਗਾ, ਉੱਥੇ ਕੰਡੀਸ਼ਨਸ ਵਰ ਵੈਰੀ ਟਫ। ਸੋ ਬਟ ਇਹ ਵੀ ਇੱਕ ਚੈਲੰਜ ਹੁੰਦਾ ਜੀ ਜਦੋਂ ਤੁਸੀਂ ਇੱਕ ਇਹੋ ਜਿਹੀ ਫਿਲਮ ਕਰ ਰਹੇ ਹੋ। ਸੋ ਮੈਨੂੰ ਵਧੀਆ ਲੱਗਦਾ ਜੀ ਇੱਦਾਂ ਦੇ ਚੈਲੰਜਸ ਤੁਹਾਨੂੰ ਮਿਲਣ, ਹੈ ਨਾ। ਸੋ ਮੈਂ ਤਾਂ ਉਹਨੂੰ ਐਜ਼ ਐਨ ਐਡਵੈਂਚਰ ਉਹਨੂੰ ਇੰਜੋਏ ਕੀਤਾ। ਸੋ ਬਸ ਜੀ ਇੱਦਾਂ ਦਾ ਵਧੀਆ ਰਿਹਾ, ਮੈਨੂੰ ਤਾਂ ਕਦੇ ਕੋਈ ਇੱਦਾਂ ਲੱਗਿਆ ਨਹੀਂ ਹੈਗਾ। ਓਕੇ ਓਕੇ, ਸੋ ਜਿਵੇਂ ਬਾਕੀ ਸਟਾਰ ਕਾਸਟ ਦੀ ਗੱਲ ਕਰ, ਅੱਛਾ ਵੀ ਹੈਡ ਅ ਵਰਡ ਇਨ ਲੋਕਡਾਊਨ ਐਜ਼ ਵੈਲ ਥਰੂ ਵੀਡੀਓ ਕਾਲ। ਸੋ ਆਪਾਂ ਗੱਲ ਕੀਤੀ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਆਲਰੇਡੀ ਬਹੁਤ ਜ਼ਿਆਦਾ ਘੱਟ ਕੰਮ ਕਰ ਰਹੇ ਹੋ। ਸੋ what do you want to say about it ਕਿ ਟਾਈਗਰ ਜ਼ਿੰਦਾ was a big project, ਉਸ ਤੋਂ ਬਾਅਦ ਹੁਣ ਇਹ, ਸੋ ਕਿਤੇ ਨਾ ਕਿਤੇ ਚੱਲ ਸਕਦਾ ਕਿ ਚਲੋ ਠੀਕ ਆ, ਨਹੀਂ ਜ਼ਿਆਦਾ ਕੰਮ ਮਿਲਿਆ ਤਾਂ ਇਟਸ ਬੈਟਰ ਬਿਕਾਜ਼ ਆਈ ਐਮ ਓਬਵੀਅਸਲੀ ਗਰੋਇੰਗ ਇਨ ਬਾਲੀਵੁੱਡ। ਨਹੀਂ ਨਹੀਂ ਜੀ, ਮੈਨੂੰ ਪੰਜਾਬੀ ਦੇਖੋ, ਪੰਜਾਬੀ ਲੈਂਗੁਏਜ, ਪੰਜਾਬੀ ਆਪਣਾ ਖੂਨ ਹੈ, ਮੈਨੂੰ ਜ਼ਿਆਦਾ ਸਬਰ ਮਿਲਦਾ ਜੇ ਮੈਂ ਪੰਜਾਬੀ ਉਹ ਕਰਾਂ। ਪਰ ਜਦੋਂ ਹੁਣ ਤੁਸੀਂ ਇੱਕ, ਠੀਕ ਹੈ, ਹੁਣ ਆਪਣੀ ਜਿਹੜੀਆਂ ਫਿਲਮਸ ਨੇਗੀਆਂ ਉਹਦਾ ਕਿਉਂਕਿ ਆਪਣੇ ਆਡੀਅנס ਦਾ ਦਾਇਰਾ ਛੋਟਾ, ਯੂ ਕੈਨੋਟ ਕੰਪੇਅਰ। ਇੱਕ ਪਾਸੇ ਮੈਂ 200 ਕਰੋੜ ਦੀ ਫਿਲਮ ਕਰ ਰਿਹਾ, ਇੱਕ ਪਾਸੇ ਇੱਦਾਂ, ਹੈ ਨਾ ਜੀ। ਪਰ ਪੰਜਾਬੀ ਕਰਕੇ ਮੈਨੂੰ ਖੁਸ਼ੀ ਮਿਲਦੀ ਆ। ਸੋ ਬਟ ਹਾਂਜੀ, ਆਈ ਐਮ ਜਸਟ ਵੇਟਿੰਗ। ਮੈਂ ਇੱਥੇ ਹੁਣ ਪਹਿਲਾਂ ਜਿਵੇਂ ਤੁਸੀਂ ਇੱਦਾਂ ਗੱਲ ਕੀਤੀ, ਮੈਂ ਪਹਿਲਾਂ ਗੱਲ ਕੀਤੀ ਸੀ ਵੀ ਇੱਥੇ ਥੋੜ੍ਹਾ ਜਿਹਾ ਨਾ ਪੰਜਾਬੀ ਇੰਡਸਟਰੀ ਦੇ ਵਿੱਚ ਸ਼ਾਇਦ ਪ੍ਰੋਫੈਸ਼ਨਲਿਜ਼ਮ ਦੀ ਕਮੀ ਹੈ। ਲਾਈਕ ਮੈਂ ਆਈ ਵਾਜ਼ ਵੇਟਿੰਗ ਫॉर ਅ ਗੁੱਡ ਸਕ੍ਰਿਪਟ, ਕਿ ਮੈਂ ਚੰਗਾ ਸਕ੍ਰਿਪਟ ਕੋਈ ਲੱਭ ਕੇ ਉਹ ਕਰਾਂ। ਉਦੋਂ ਬੜੇ ਵਧੀਆ ਚਲੋ ਚੀਜ਼ਾਂ ਆਈ ਜਾਂਦੀਆਂ ਸੀਗੀਆਂ। ਮੈਂ ਕਿਹਾ ਚੱਲ ਹਿੰਦੀ ਕੰਮ ਚੱਲੀ ਜਾਂਦਾ ਆਪਣਾ, ਵਧੀਆ ਕਰੀ ਜਾਂਦੇ ਹਾਂ, ਪੰਜਾਬੀ ਟਿਕਾ ਕੇ ਇੱਕ ਘੈਂਟ ਜਿਹੀ ਫਿਲਮ ਕਰਾਂਗੇ, ਹੈ ਨਾ। 3 ਮਹੀਨੇ, 4 ਮਹੀਨੇ, 5 ਮਹੀਨੇ ਲੰਘੇ, ਉਹ ਮੈਨੂੰ ਕਿਤੋਂ ਇੱਦਾਂ ਹੋ ਗਿਆ ਜਿਵੇਂ ਹੁਣ ਤੁਸੀਂ ਗੱਲ ਕੀਤੀ, ਇੱਦਾਂ ਦਾ ਸੁਣਨ ਨੂੰ ਮਿਲ ਗਿਆ ਯਾਰ ਵੀ ਉਹ ਪੰਜਾਬੀ ਤਾਂ ਕਰ ਹੀ ਨਹੀਂ ਰਿਹਾ, ਉਹ ਤਾਂ ਹਿੰਦੀ ਉਹ ਕਰ ਰਿਹਾ। ਮੈਂ ਕਿਹਾ ਹੱਦ ਹੋ ਗਈ ਯਾਰ ਵੀ। ਸੋ ਇਹ ਚੀਜ਼ਾਂ ਦੀ ਉਹ ਕਿਸੇ ਮੇਕਰ ਦੇ ਵਿੱਚ ਆਏ ਨਹੀਂ ਵੀ ਯਾਰ ਮੈਨੂੰ ਗੈਵੀ ਚਾਹ ਦੀਂਦਾ, ਮੈਨੂੰ ਉੱਥੇ ਲੋਕਾਂ ਨੇ ਦੇਖ ਲਿਆ। ਉਰੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਵੀ ਹੈਗੇ ਨੇ, ਚਲੋ ਸਿੰਗਰਸ ਵਾਲੀ ਇੱਕ ਜ਼ਿਆਦਾ ਉਧਰ ਨੂੰ ਪਹੁੰਚ, ਮੈਂ ਬੁਰਾ ਨਹੀਂ ਮੰਨਦਾ, ਠੀਕ ਹੈ ਜੀ, ਬਿਜ਼ਨਸ ਹੈਗਾ, ਹੈ ਨਾ। ਪਰ ਇੱਕ ਐਕਟਰ ਚੰਗਾ ਜ਼ਰੂਰ ਹੋਣਾ ਚਾਹੀਦਾ। ਹੁਣ ਇੱਥੇ ਸ਼ਾਇਦ ਉਹਨਾਂ ਨੇ ਪਤਾ ਨਹੀਂ, ਹੁਣ ਆਪਣੇ ਕੋਈ ਵੀ ਸਟੇਟਮੈਂਟ ਜਾਰੀ ਕਰ ਦਿੰਦੇ ਨੇ ਉਹ ਜਿਹੜੇ ਹੁਣ ਇੰਡਸਟਰੀ ਦੇ, ਮਤਲਬ ਵੀ ਮੈਂ ਉਹਨਾਂ ਲੋਕਾਂ ਨੇ ਮੈਨੂੰ ਕੰਮ ਦੇ ਵਿੱਚ ਚੁਣਿਆ। ਜੇ ਤੁਸੀਂ ਹਿਸਟਰੀ ਫਰੋਲ ਲਓ ਵੀ, ਜੇ ਤੁਸੀਂ ਟੌਪ ਵੀ ਭਾਈ ਅੱਜ ਤੱਕ ਦੀਆਂ ਇੰਡੀਆ ਦੇ ਵਿੱਚ ਕਲੈਕਸ਼ਨ ਕਰਨ ਵਾਲੀਆਂ ਸਭ ਤੋਂ ਮੇਜਰ ਹਿੱਟ ਫਿਲਮਸ ਕਿਹੜੀਆਂ ਨੇ, ਤਾਂ 2 ਫਿਲਮਾਂ ਮੇਰੀਆਂ ਨੇ ਉਹਦੇ 'ਚ। ਇੱਕ ਤਾਂ ਟਾਈਗਰ ਜ਼ਿੰਦਾ ਹੈ। ਉਹਨਾਂ ਨੂੰ ਹੁਣ ਦੱਸੋ ਜੇ ਉਹ ਬੰਦੇ ਚੁਣਦੇ ਨੇਗੇ, ਸੋ ਇੱਥੇ ਵਾਲੇ ਫਿਰ ਜਾਂ ਤਾਂ ਬਾਹਲੇ ਹੀ ਘੈਂਟ ਨੇਗੇ ਹੈ। ਸੋ ਇਹ ਗੱਲ ਆ। ਸੋ ਇਟਸ ਓਕੇ ਜੀ, ਮੈਨੂੰ ਖੈਰ ਆਮ ਵੇਟਿੰਗ, ਸਟਿਲ ਵੇਟਿੰਗ ਕਿ ਕਦੇ ਆਪਾਂ ਇੱਕ ਵਧੀਆ ਜੀ ਪੰਜਾਬੀ ਫਿਲਮ ਹੋ ਜੇ। ਵੀ ਆਲਰੇਡੀ ਹੈਡ ਦਿਸ ਡਿਸਕਸ਼ਨ, ਬਹੁਤ ਲੰਬੀ ਹੈ ਸਾਡੇ ਤੇ ਗੱਲ ਹੋਈ ਸੀ, ਤਾਂ ਜ਼ਾਹਿਰ ਜੀ ਗੱਲ ਆ ਬਹੁਤ ਲੋਕਾਂ ਨੇ ਦੇਖਿਆ ਹੋਵੇਗਾ। ਸੋ ਲੇਟੈਸਟ ਦੀ ਗੱਲ ਕਰੀ, ਤੁਸੀਂ ਪੰਜਾਬੀ, ਤੁਸੀਂ ਕਿਹਾ ਕਿ ਬਾਲੀਵੁੱਡ
ਤੇ ਪੰਜਾਬੀ ਇੰਡਸਟਰੀ ਦਾ ਜੇ ਕੰਪੈਰੀਜ਼ਨ ਹੋਵੇਗਾ ਸੋ ਯੂ ਵੁੱਡ ਪ੍ਰੈਫਰ ਆਬਵੀਅਸਲੀ ਪੰਜਾਬੀ ਇੰਡਸਟਰੀ। ਤੇ ਪੰਜਾਬੀਆਂ ਨੇ ਨਾ ਆਪਣਾ ਇੱਕ ਅਲੱਗ ਰੈਵੋਲੂਸ਼ਨ ਲੈ ਕੇ ਆ ਗਏ ਨੇ, ਯੂ ਨੋ ਵਾਟ ਆਮ ਟਾਕਿੰਗ ਅਬਾਊਟ। ਕਾਲੇ ਬਿੱਲ ਬਾਰੇ ਮੈਂ ਗੱਲ ਕਰ ਰਹੀ ਹਾਂ, ਸੋ ਤੁਸੀਂ ਵੀ ਉਸ ਚੀਜ਼ ਤੇ ਬੋਲੇ ਹੋ। ਸੋ ਕੀ ਲੱਗਦਾ ਹੈ ਉੱਥੇ ਦੀ ਸਿਚੁਏਸ਼ਨ ਕੀ ਲੱਗ ਰਿਹਾ, ਕਿਉਂਕਿ ਜ਼ਾਹਿਰ ਜੀ ਗੱਲ ਆ ਕਿ ਅਸੀਂ ਜਿਸ ਨੂੰ ਵੀ ਮਿਲ ਰਹੇ ਆ, ਭਾਵੇਂ ਆਰਟਿਸਟ ਹੋਵੇ ਜੋ ਮਰਜ਼ੀ ਹੋਵੇ, ਬਿਕਾਜ਼ ਦੈਟਸ ਆਰ ਡਿਊਟੀ ਕਿ ਅਸੀਂ ਇੱਕ ਜੋ ਤੁਹਾਡੇ ਦਿਲ ਦੀ ਗੱਲ ਆ ਉਹਨਾਂ ਨੂੰ ਲੈ ਕੇ ਉਹ ਲੋਕਾਂ ਤੱਕ ਪਹੁੰਚਾਉਣੀ ਆ, ਬਿਕਾਜ਼ ਅਸੀਂ ਗੋਦੀ ਮੀਡੀਆ ਦੇ ਵਾਂਗ ਸ਼ਾਇਦ ਨਹੀਂ ਕਰ ਰਹੇ ਉਹ ਚੀਜ਼। ਸੋ ਅਸੀਂ ਟਰੂ ਇੱਕ ਇਮੇਜ ਲੈ ਕੇ ਜਾ ਰਹੇ ਹਾਂ। ਸੋ ਤੁਹਾਡਾ ਕੀ ਥਾਟ ਹੈ? ਨਹੀਂ ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜਿਹੜੇ ਇਸ ਅੰਦੋਲਨ ਨੂੰ ਕਵਰ ਕਰ ਰਹੇ ਨੇ ਜੀ, ਮੈਂ ਸਪੈਸ਼ਲੀ ਥੈਂਕਸ ਕਰਦਾ, ਕਿਉਂਕਿ ਲੋਕਾਂ ਤੱਕ ਇਹ ਗੱਲ ਪਹੁੰਚਦੀ ਆ, ਹੈ ਨਾ। ਇੱਥੇ ਤਾਂ ਚਲੋ ਆਪਾਂ ਨੂੰ ਫਿਰ ਵੀ ਪਤਾ ਹੈ, ਪਰ ਜਿੱਥੋਂ ਹੁਣ ਤੁਹਾਡੇ ਮੀਡੀਅਮ, ਤੁਹਾਡੇ ਮਾਧਿਅਮ ਦੇ ਜ਼ਰੀਏ ਪੂਰਾ ਮਤਲਬ ਵਿਦੇਸ਼ਾਂ ਤੱਕ ਵੀ ਗੱਲਾਂ ਜਾ ਰਹੀਆਂ ਨੇ। ਸੋ ਬਾਕੀ ਮੈਂ ਜਾ ਕੇ ਆਇਆ ਸੀਗਾ ਉੱਥੇ, ਜਦੋਂ ਬਾਰਡਰ ਦੇ ਉੱਤੇ ਗਿਆ ਸਿੰਘੂ ਬਾਰਡਰ ਤੇ, ਜਿਹੜਾ ਉੱਥੇ ਇੱਕ ਮਾਹੌਲ ਹੈ, ਇੱਕ ਅਲੱਗ ਹੀ ਮਾਹੌਲ ਹੈ। ਮਤਲਬ ਤੁਹਾਨੂੰ ਇੰਨਾ ਮਾਣ ਹੁੰਦਾ ਯਾਰ ਵੀ ਮੈਂ ਇਹ ਕੌਮ ਨਾਲ ਸੰਬੰਧ ਰੱਖਦਾਗਾ। ਸੋ ਬੇਸ਼ੱਕ ਪ੍ਰੋਟੈਸਟ ਹੋ ਰਿਹਾ, ਪਰ ਜਿਹੜਾ ਉੱਥੇ ਲੋਕਾਂ ਦੇ ਵਿੱਚ ਜਜ਼ਬਾ ਹੈ ਨਾ, ਮੈਂ ਛੋਟੇ ਬੱਚੇ ਵੀ ਉੱਥੇ ਦੇਖੇ ਆ, ਬਜ਼ੁਰਗ ਮਾਤਾਵਾਂ ਵੀ ਉੱਥੇ ਦੇਖੀਆਂ ਨੇਗੀਆਂ, ਜਿਹੜੇ ਆਪਣਾ ਘਰ-ਬਾਰ ਸਾਰੀਆਂ ਚੀਜ਼ਾਂ ਠੰਡਾਂ ਦੇ ਵਿੱਚ ਉੱਤੇ ਛੱਡ ਕੇ ਸੜਕਾਂ ਦੇ ਉੱਤੇ ਸੌਂ ਰਹੇ ਨੇ, ਸੜਕਾਂ ਦੇ ਉੱਤੇ ਠੰਡ ਦੇ ਵਿੱਚੋਂ ਨਹਾ ਰਹੇ ਨੇ ਸਾਈਡ ਦੇ ਉੱਤੇ ਖੜੇ ਹੋ ਕੇ, ਹੈ ਨਾ। ਪਰ ਅੱਧਾ % ਵੀ ਚਿਹਰੇ ਦੇ ਉੱਤੇ ਸ਼ਿਕਨ ਨਹੀਂ ਹੈਗੀ। ਸੋ ਉਹ ਜਿਹੜਾ ਇੱਕ ਜਜ਼ਬਾ ਮੈਂ ਡੈਫੀਨੇਟ ਮੈਂ ਫਿਰ ਜਦੋਂ ਮੈਨੂੰ ਲੱਗੂਗਾ ਇਨ ਦਾ ਸੈਂਸ ਵੀ, ਕਿਉਂਕਿ ਮੈਂ ਫਿਜ਼ੀਕਲੀ ਵੀ ਥੋੜਾ ਜਿਹਾ ਅਨਵੈਲ ਸੀਗਾ, ਬਟ ਮੈਂ ਡੈਫੀਨੇਟ ਜੀ ਆਮ ਪਲੈਨਿੰਗ ਕਿ ਮੈਂ 2-3 ਦਿਨਾਂ ਦੇ ਵਿੱਚ ਮੈਂ ਫਿਰ ਉੱਥੇ ਜਾਵਾਂਗਾ। ਸੋ ਮੈਂ ਇਹ ਕਹਿਣਾ ਜੀ ਵੀ ਚਾਹੇ ਤੁਸੀਂ ਕਿੰਨੇ ਵੀ ਬਿਜ਼ੀ ਹੋ, ਆਪਣੇ ਸਕੈਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਜ਼ਰੂਰ ਤੁਸੀਂ ਆਪਣਾ, ਹਰ ਇੱਕ ਬੰਦਾ, ਹਰ ਇੱਕ ਪੰਜਾਬੀ, ਨੌਨ ਪੰਜਾਬੀ, ਕਿਉਂਕਿ ਸਿਰਫ ਪੰਜਾਬੀਆਂ ਦਾ ਮੁੱਦਾ ਨਹੀਂ, ਕਿਸਾਨੀ ਦਾ ਮੁੱਦਾ ਇਹ ਹੈਗਾ। ਕਿਸਾਨ ਉਹ ਆਪਾਂ ਇਹਨਾਂ ਨੂੰ ਧਰਮਾਂ, ਇਹਨਾਂ ਚੀਜ਼ਾਂ 'ਚ ਨਾ ਵੰਡੀਏ, ਨਾ ਕੇਵਲ ਪੰਜਾਬੀਆਂ 'ਚ ਵੰਡੀਏ। ਪੂਰੇ ਭਾਰਤ ਦੇ ਵਿੱਚ ਤੁਸੀਂ ਵੈਸਟ ਬੰਗਾਲ, ਹੋਰ ਵੀ ਸਾਰੇ ਪਾਸੇ ਜਿਹੜੇ ਹੈਗੇ ਉੱਥੇ ਵੀ ਇਹ ਚੀਜ਼ਾਂ ਹੋਈਆਂ ਨੇ, ਪਰ ਪੰਜਾਬੀ ਜਿਵੇਂ ਹੈਗੇ ਨੇ ਇਹਨਾਂ ਨੇ ਤਾਂ ਫਿਰ ਮਤਲਬ ਵੀ ਹੁਣ ਕਿਉਂਕਿ ਮੈਂ ਇਹ ਕਹਿਣਾ ਵੀ ਆਪਣਾ ਖੂਨ ਥੋੜਾ ਗਰਮ ਹੁੰਦਾ ਹੈ ਨਾ, ਜਿੰਨੇ ਵਧੀਆ ਤਰੀਕੇ ਨਾਲ ਜਦੋਂ, ਕਿਉਂਕਿ ਆਪਣੇ ਅਣਖ ਤੇ ਜਾਂ ਇਦਾਂ ਗੱਲ ਆ ਜਾਂਦੀ ਆ, ਫਿਰ ਕਿਸੇ ਨੂੰ ਬਖਸ਼ਦੇ, ਹੈ ਨਾ। ਪਰ ਹੁਣ ਮੈਂ ਇਹੀ ਹੈ ਜੀ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨੇ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਪ੍ਰਦਰਸ਼ਨ ਕਰ ਰਹੇ ਹਾਂ ਉੱਦਾਂ ਹੀ ਜਾਰੀ ਰੱਖਿਓ, ਕਿਉਂਕਿ ਕੀ ਆ ਹੁਣ ਕੇਂਦਰ ਸਰਕਾਰ ਮਜਬੂਰ ਹੁੰਦੀ ਹੈ ਨਾ, ਫਿਰ ਕਈ ਸ਼ਰਾਰਤੀ ਅਨਸਰ ਹੁੰਦੇ ਨੇ ਜਿਹੜੇ ਇਸ ਮਾਹੌਲ ਨੂੰ ਖਰਾਬ ਕਰਨ ਦੇ ਲਈ ਕੋਈ ਨਵਾਂ ਐਂਗਲ ਲੱਭ ਲੈਂਦੇ ਨੇ, ਜਿਵੇਂ ਹੁਣ ਖਾਲਿਸਤਾਨੀ ਮੁੱਦਾ ਜੋੜਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਨਾ। ਫਿਰ ਉਸ ਤੋਂ ਬਾਅਦ ਇਦਾਂ ਦੀਆਂ ਕੋਸ਼ਿਸ਼ਾਂ ਕਰਨਗੇ ਵੀ ਪੰਜਾਬੀਆਂ ਨੂੰ ਮਾੜਾ ਜਿਹਾ ਅਸੀਂ ਭੜਕਾ ਦਈਏ ਵੀ ਇਹ ਕੋਈ ਗਲਤ ਸਟੈਪ ਚੱਕਣ, ਫਿਰ ਉਹਦਾ ਇਹ ਜਵਾਬ ਦੇਣ, ਜਿਹਦੇ ਕਰਕੇ ਪੂਰਾ ਮਾਹੌਲ ਖਰਾਬ ਹੋ ਜੇ। ਸੋ ਬੇਨਤੀ ਹੈ ਜੀ ਵੀ ਜਿੰਨਾ, ਕਿਉਂਕਿ ਪੰਜਾਬੀ ਜਿੱਦਾਂ ਮੈਂ ਕਿਹਾ ਵੀ ਖੂਨ ਗਰਮ ਹੁੰਦਾ, ਠੀਕ ਹੈ ਜੀ। ਆਪਾਂ ਇੱਥੇ ਹੁਣ ਆਪਣਾ ਕਰੈਕਟਰ ਦਿਖਾਉਣਾ ਵੀ ਆਪਾਂ ਸ਼ਾਂਤੀ ਦੇ ਨਾਲ, ਹੈ ਨਾ, ਵੀ ਇਸ ਮੁੱਦੇ ਨੂੰ ਆਪਾਂ ਅੱਗੇ ਲੈ ਕੇ ਜਾਈਏ ਤੇ ਜਿੱਤ ਆਪਣੀ ਪੱਕਾ ਹਾਸਿਲ ਹੋਊਗੀ। ਤੇ ਜਿਹੜੇ ਬੰਦੇ ਨਹੀਂ ਜੁੜ ਰਹੇ, ਸੋ ਭੈਣ ਭਰਾਵੋ ਜ਼ਰੂਰ ਤੁਸੀਂ ਜੁੜੋ ਜੀ। ਹੌਸਲਾ ਹੀ ਹੁੰਦਾ ਹੈਗਾ ਜਦੋਂ ਆਪਾਂ ਪਰਿਵਾਰ ਦਾ ਪੂਰਾ ਇੱਕ ਥਾਂ ਤੇ ਖੜਾ ਹੁੰਦਾ, ਬੰਦੇ ਨੂੰ ਹੀ ਮੋਢੇ ਉਹਦੇ ਚੌੜੇ ਹੋ ਜਾਂਦੇ ਨੇ, ਕਿਉਂਕਿ ਜਿਹੜੀਆਂ ਕੰਡੀਸ਼ਨਸ ਦੇ ਵਿੱਚ ਉੱਥੇ ਬੈਠੇ ਨੇ। ਹੁਣ ਮੀਂਹ ਪੈ ਗਿਆ, ਕੱਲ ਮੈਂ ਬਾਹਰ ਵਾਕ ਤੇ ਗਿਆ, ਮੀਂਹ ਪੈ ਗਿਆ, ਮੇਰੇ ਇੱਕੋਦਮ ਦਿਮਾਗ 'ਚ ਆਇਆ ਵੀ ਯਾਰ ਉੱਥੇ ਸੜਕਾਂ ਤੇ ਵੀ ਸੁੱਤੇ ਪਏ ਨੇ ਉਹ, ਹੈ ਨਾ। ਸੋ ਇੰਨੀਆਂ ਬੁਰੀਆਂ ਕੰਡੀਸ਼ਨਸ ਦੇ ਵਿੱਚੋਂ ਲੱਗੇ ਹੋਏ ਨੇ। ਸੋ ਪਲੀਜ਼ ਜਾਓ ਜੀ, ਜ਼ਰੂਰ ਜਾ ਕੇ ਆਓ, ਕਦੇ ਵੀ ਤੁਹਾਨੂੰ ਟਾਈਮ ਮਿਲਦਾ ਘੰਟਾ ਕੱਢ ਕੇ ਆਓ, ਅੱਧਾ ਘੰਟਾ ਜਾ ਕੇ ਆਓ, ਤਾਂ ਕਿ ਉਹਨਾਂ ਦਾ ਹੌਸਲਾ ਵਧੇ ਉੱਥੇ ਜਾ ਕੇ। ਸੋ ਇਹ ਹੈ ਜੀ ਕੋ, ਤੇ ਇੱਕ ਬਾਕੀ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਰਹੋ। ਥੈਂਕਸ ਟੂ ਯੂ ਐਜ਼ ਵੈਲ ਕਿ ਤੁਸੀਂ ਇਸ ਦਾ ਹਿੱਸਾ ਬਣੇ, ਬਿਕਾਜ਼ ਆਈ ਥਿੰਕ ਸੈਲੀਬ੍ਰਿਟੀਜ਼ ਜਦ ਦੇ ਅੱਗੇ ਆਇਆ, ਬਹੁਤ ਸਾਰੇ ਯੰਗਸਟਰਸ ਤੁਹਾਡੇ ਕਰਕੇ ਅੱਗੇ ਆਏ। ਸੋ ਜ਼ਾਹਿਰ ਜੀ ਗੱਲ ਆ ਕਿ ਬਹੁਤ ਸਪੋਰਟ ਮਿਲਿਆ ਹੈ ਕਿਸਾਨਾਂ ਨੂੰ ਇਸ ਚੀਜ਼ ਤੋਂ। ਇੱਕ ਦੂਜੇ ਦੇ ਨਾਲ ਹੀ ਹੁੰਦਾ ਜੀ, ਮੈਂ ਉਹੀ ਕਹਿੰਦਾ, ਇੱਕ ਦੂਜੇ ਦੇ ਨਾਲ ਹੁੰਦਾ। ਅੱਜ ਜੇ ਤੁਸੀਂ ਗੱਲ ਕੀਤੀ ਵੀ ਸੈਲੀਬ੍ਰਿਟੀਜ਼ ਨੂੰ ਦੇਖ ਕੇ ਉਹਦੇ ਫੈਨ ਫੋਲੋਇੰਗ ਜਾਂ ਜਿਹੜੇ ਉਹਨੂੰ ਕੋਈ ਪਸੰਦ ਕਰਦੇ ਨੇਗੇ, ਉਹ ਲੋਕ ਜਾਂਦੇ ਆ। ਹੁਣ ਮੈਨੂੰ ਕਿੱਥੋਂ, ਜਦੋਂ ਤੁਸੀਂ ਜਾਂਦੇ ਹੋ, ਯੂ ਨੈਵਰ ਨੋ ਕਿ ਤੁਹਾਡੇ ਨਾਲ ਕੀ ਇਦਾਂ ਹੋ ਜਾਂਦਾ ਵੀ ਤੁਸੀਂ ਪ੍ਰੇਰਣਾ ਬਣ ਜਾਂਦੇ ਹੋ ਹੋਰ 4 ਲੋਕਾਂ ਦੇ ਲਈ। ਮੈਂ ਹੁਣ ਸੋਸ਼ਲ ਮੀਡੀਆ ਦੇਖ ਰਿਹਾ ਸੀ, ਮੈਨੂੰ ਜਦੋਂ ਬਜ਼ੁਰਗ ਮਾਤਾਵਾਂ ਮੈਂ ਦੇਖੀਆਂ, ਛੋਟੇ ਬੱਚੇ ਦੇਖੇ, ਮੈਨੂੰ ਅੰਦਰ ਹੋਇਆ ਯਾਰ ਵੀ ਜੇ ਮੈਂ ਚਲੋ ਫਿਜ਼ੀਕਲ ਨਹੀਂ ਵੀ ਠੀਕ ਹੈ, ਇੱਕ ਵਾਰੀ ਜਾ ਕੇ ਤਾਂ ਮੈਂ ਆਵਾਂ ਵੀ ਚੱਲ ਕੋਈ ਗੱਲ ਨਹੀਂ ਬਾਬਾ ਜੀ ਨੇ, ਕਿਉਂਕਿ ਇਹ ਸਾਰੀ ਜਿਹੜੀ ਇੱਕ ਆਪਣੀ ਮੁਹਿੰਮ ਹੈ, ਇਹ ਕੋਈ ਗੈਬੀ ਸ਼ਕਤੀ ਹੈ, ਕੋਈ ਬਾਬਾ ਜੀ ਦਾ ਹੀ ਕੋਈ ਆਸ਼ੀਰਵਾਦ ਹੈ ਵੀ ਜਿਹੜੀ ਚੱਲ ਰਹੀ ਆ। ਸੋ ਇਦਾਂ ਕਿਸੇ ਨੇ ਸੋਚਿਆ ਸੀ? ਦੇਖੋ ਆਪਾਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ ਵੀ ਆਪਣਾ ਇਤਿਹਾਸ ਇਹੋ ਜਿਹਾ, ਤੇ ਉੱਥੇ ਕਿਤੇ ਨਾ ਕਿਤੇ ਇਹ ਵੀ ਸੋਚ ਵੀ ਆ ਜਾਂਦੀ ਸੀ ਯਾਰ ਵੀ ਵਾਕਈ ਜਿਵੇਂ ਕਹਿੰਦੇ ਸੀਗੇ, ਗੁਰੂ ਸਾਹਿਬ ਨੇ ਕਿਹਾ ਸੀ 1.25 ਲੱਖ ਸੇਕ ਲੜਾਊਂ, ਇੰਨੀਆਂ ਵੱਡੀਆਂ ਜੰਗਾਂ ਜਿੱਤੀਆਂ, ਵੀ ਉਹ ਜਜ਼ਬਾ ਕਿੱਥੋਂ, ਵੀ ਇੰਨੇ ਬਹਾਦਰ ਕੀ ਖਾਂਦੇ ਪੀਂਦੇ ਸੀਗੇ। ਸੋ ਉਹ ਦੇਖ ਲਓ ਜੀ, ਹੁਣ ਸ਼ਕਤੀ, ਹੁਣ ਸਾਰੇ ਦੇਖ ਲਓ ਕਿਵੇਂ ਬੈਠੇ ਨੇਗੇ, ਹੈ ਨਾ। ਉਹਦੇ ਵਿੱਚ ਮਤਲਬ ਕਈਆਂ ਦਾ ਕੋਈ ਸਿਰਫ ਇਸ ਨੂੰ ਸਪੋਰਟ ਕਰਨ ਦੇ ਲਈ ਉੱਥੇ ਬੈਠੇ ਨੇ। NRI ਭੈਣ ਭਰਾ ਨੇ, ਉਹ ਬਾਹਰੋਂ ਦੇਖ ਲਓ ਤੁਸੀਂ, ਜੇ ਨਹੀਂ ਉਹ ਆ ਸਕਦੇ, ਉੱਥੇ ਸ਼ਾਂਤਮਈ ਢੰਗ ਨਾਲ ਰੈਲੀਆਂ ਕਰ ਰਹੇ ਨੇ। ਇੱਥੇ ਬਦਾਮਾਂ ਦੇ ਲੰਗਰ, ਕੀ ਤੁਸੀਂ ਦੇਖ ਲਓ ਜੀ, ਸਾਰਿਆਂ ਨੇ ਦਿਲ ਖੋਲ ਕੇ ਆਪਣਾ ਯੋਗਦਾਨ ਪਾ ਰਹੇ ਨੇ। ਸੋ ਇਹ ਸਾਡੀ ਬਿਊਟੀ ਹੈ ਜੀ, ਇਹੀ ਸਾਡਾ ਇੱਕ ਹੈ, ਇਹੀ ਸਾਡਾ ਵਿਰਸਾ ਹੈ। ਸੋ ਇਹਨੂੰ ਆਪਾਂ ਬਰਕਰਾਰ ਰੱਖੀਏ। ਉਹੀ ਗੁਰੂਆਂ ਪੀਰਾਂ ਦਾ ਜਿਹੜਾ ਅੰਸ਼ ਹੈ, ਉਹਨਾਂ ਦੇ ਆਪਾਂ ਬਹਾਦਰ ਕੌਮ ਦੇ ਵਾਰਿਸ ਹਾਂ।
ਸੋ ਉਹ ਸਾਰਿਆਂ ਨੇ ਦੇਖ ਹੀ ਲਿਆ, ਬਸ ਇਹਨੂੰ ਸ਼ਾਂਤਮਈ ਢੰਗ ਦੇ ਨਾਲ ਫਤਿਹ ਹਾਸਲ ਕਰਕੇ ਆਈਏ। ਥੈਂਕ ਯੂ ਸੋ ਮਚ ਜੀ। ਜਿਵੇਂ ਤੁਸੀਂ ਕਿਹਾ ਬਿਲਕੁਲ ਉਵੇਂ ਕਾਪੀ ਪੇਸਟ ਅਸੀਂ ਦੇਖ ਸਕਦੇ ਹਾਂ ਕਿ ਇਟ ਇਜ਼ ਦ ਬ੍ਰੇਵੈਸਟ ਕਮਿਊਨਿਟੀ ਐਂਡ ਆਮ ਲੱਕੀ ਕਿ ਅਸੀਂ ਉਹ ਰੈਵੋਲੂਸ਼ਨ ਦੇਖ ਰਹੇ ਹਾਂ। ਨਾਲੀ ਰੈਸਟ ਤੁਹਾਡਾ ਇਹ ਜਿਹੜਾ ਪ੍ਰੋਜੈਕਟ ਆ ਰਿਹਾ ਉਹਦੇ ਲਈ ਆਲ ਦ ਵੈਰੀ ਬੈਸਟ ਤੇ ਵੀ ਆਰ ਬਲੈਸਡ ਕਿ ਤੁਸੀਂ ਪੰਜਾਬ ਦੇ ਹੋ ਕੇ ਇੰਨੀ ਚੰਗੀ ਫਿਲਮਾਂ 'ਚ ਕੰਮ ਕਰ ਰਹੇ ਹੋ ਐਂਡ ਆ ਕੇ ਸਾਡੇ ਨਾਲ ਇੱਥੇ ਰਾਬਤਾ। ਥੈਂਕ ਯੂ ਜੀ, ਸਾਰਿਆਂ ਦਾ ਪਿਆਰ ਹੈ, ਬਸ ਇਹੀ ਪਿਆਰ ਬਣਾਈ ਰੱਖਿਓ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। ਥੈਂਕ ਯੂ। ਵੈਲ ਇਹ ਸੀ ਸਾਡੇ ਨਾਲ ਗੈਵੀ ਚਾਹਲ ਜਿਨ੍ਹਾਂ ਨੇ ਉਹਨਾਂ ਦੇ ਅਪਕਮਿੰਗ ਪ੍ਰੋਜੈਕਟ ਬਾਰੇ ਗੱਲ ਦੱਸੀ ਤੇ ਬਹੁਤ ਵੱਡੇ ਲੈਵਲ ਤੇ ਜਿਹੜਾ ਇਹਨਾਂ ਦਾ ਪ੍ਰੋਜੈਕਟ ਆ ਉਹ ਬਹੁਤ ਲਾਂਚ ਹੋਣ ਵਾਲਾ ਹੈ ਤੇ ਜਿਹੜਾ ਲੇਟੈਸਟ ਮੁੱਦਾ ਚੱਲ ਰਿਹਾ ਜਿਸ ਤੇ ਅਸੀਂ ਹਮੇਸ਼ਾ ਕਹਿੰਦੇ ਆ ਕਿ ਹਰ ਆਰਟਿਸਟ ਨਾਲ ਗੱਲਬਾਤ ਕਰਦੇ ਆ ਉਹਨਾਂ ਤੇ ਵੀ ਬਹੁਤ ਸਰਲ ਤਰੀਕੇ ਨਾਲ ਇਹਨਾਂ ਨੇ ਆਪਣੇ ਪੁਆਇੰਟ ਆਫ View ਸਾਡੇ ਸਾਹਮਣੇ ਰੱਖੇ। ਵੀਡੀਓ ਜਰਨਲਿਸਟ ਆਲੇ ਦੇ ਨਾਲ ਸੋਨਾਲੀ ਨੇਗੀ ਸਾਈਨਿੰਗ ਆਫ।